ਪੰਜਾਬੀ ਟੀਵੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਦੋਸਤ ਵਿਕਾਸ ਮੋਂਗੀਆ ਔਰ ਸ਼ੋਅ ਦਾ ਨਾਮ ਹੈਗਾ ਜੀ ਨਿੱਘੀ ਮੁਲਾਕਾਤ। ਤੇ ਅੱਜ ਇਸ ਨਿੱਘੀ ਮੁਲਾਕਾਤ ਦੇ ਜ਼ਰੀਏ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਸ ਸ਼ਖਸੀਅਤ ਦੇ ਨਾਲ। ਜੇ ਮੈਂ ਕੱਲੀ ਸ਼ਖਸੀਅਤ ਕਵਾਂ ਤੇ ਸ਼ਾਇਦ ਗੁਸਤਾਖੀ ਹੋਏਗੀ। ਅੱਜ ਉਸ ਰੂਹਾਨੀ ਸ਼ਖਸੀਅਤ ਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਹਾਂ ਆਪਾਂ। ਤੇ ਨੇਕੀ ਦਾ ਦਰ ਨਕੋਦਰ ਔਰ ਜੇ ਸ਼ਬਦਾਂ ਵਿੱਚ ਸ਼ਾਇਦ ਮੇਰੀ ਕਮੀ ਆ ਜਾਵੇ, ਸ਼੍ਰੀ ਦੀਨ ਦਿਆਲ ਸਤਸੰਗ ਮੁਹੱਲਾ ਸੰਤੋਖਗੜ੍ਹ ਨਕੋਦਰ। ਸੋ ਉਸ ਮੁਕੱਦਸ ਸਰਜ਼ਮੀਨ ਤੋਂ ਇੱਕ ਐਸੀ ਸ਼ਖਸੀਅਤ ਜਿਹੜੀ ਕਿ ਸਾਰਿਆਂ ਦੇ ਸਾਹਮਣੇ ਆਈ, ਸੋ ਸੰਤ ਸਤਿਅਨ ਕੁਮਾਰ ਜੀ, ਔਰ ਜਿਨ੍ਹਾਂ ਦਾ ਆਸ਼ੀਰਵਾਦ ਅੱਜ ਵੀ ਸਾਡੇ ਨਾਲ ਹੈ। ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ, ਲੇਕਿਨ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਅੰਗ ਸੰਗ ਰਹੇਗਾ। ਮੁਹੱਲਾ ਸੰਤੋਖਗੜ੍ਹ ਨਕੋਦਰ ਦੇ ਵਿੱਚ ਬਤੌਰ ਮੁੱਖ ਸੇਵਾਦਾਰ ਸਾਡੇ ਵਿਚਕਾਰ ਅੱਜ ਸਾਡੇ ਨਾਲ ਮੌਜੂਦ ਨੇ ਇਸ ਨਿੱਘੀ ਮੁਲਾਕਾਤ ਦੇ ਵਿੱਚ। ਸੋ ਨਿੱਘੀ ਜੀ ਆਇਆਂ ਨੂੰ ਗੁਰੂਜਾ ਰਾਜਦੀਪ ਦੀਦੀ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗਾ ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਜਗਤ ਪੰਜਾਬੀ ਟੀਵੀ ਦੇਖਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਮੇਰਾ ਸਵਾਲ ਤੁਹਾਨੂੰ ਇਹ ਵੀ, ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ, ਤੁਸੀਂ ਠੀਕ ਠਾਕ ਹੋ, ਤੰਦਰੁਸਤ ਹੋ? ਬਿਲਕੁਲ ਜੀ, ਬਿਲਕੁਲ ਤੁਹਾਡੇ ਸਾਹਮਣੇ ਬਿਲਕੁਲ ਫਿੱਟ ਹਾਂ, ਬਿਲਕੁਲ ਸਹੀ ਹਾਂ। ਸਾਰੀ ਸੰਗਤ ਸਭ ਬਿਲਕੁਲ ਸੇਵਾ ਸਹੀ ਚੱਲ ਰਹੀ ਹੈ, ਬਿਲਕੁਲ ਠੀਕ ਠਾਕ ਹਾਂ ਜੀ। ਦਿਲ ਦੇ ਵਿੱਚ ਦੂਜਿਆਂ ਦੇ ਪ੍ਰਤੀ ਪਿਆਰ, ਦੂਜਿਆਂ ਦੇ ਪ੍ਰਤੀ ਸੇਵਾ ਭਾਵ, ਸੋ ਤੁਸੀਂ ਔਰ ਅਸੀਂ ਬਹੁਤ ਜ਼ਿਆਦਾ ਖੁਸ਼ਕਿਸਮਤ ਹਾਂ, ਕਿਉਂਕਿ ਉਸ ਵਾਹਿਗੁਰੂ ਨੇ ਸੰਗਤ ਦੀ ਸੇਵਾ ਦੇ ਲਈ ਤੁਹਾਨੂੰ ਚੁਣਿਆ। ਕਿਹੜੀ ਐਸੀ ਸਿਚੁਏਸ਼ਨ ਸੀ, ਕਿਹੜੀ ਐਸੀ ਸਥਿਤੀ ਸੀ ਜਦੋਂ ਅੰਦਰੋਂ ਆਵਾਜ਼ ਆਈ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਦੂਜਿਆਂ ਦਾ ਦਰਦ ਮਹਿਸੂਸ ਕਰਨਾ? ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ 1994 ਦੇ ਵਿੱਚ ਮੈਂ ਆਪਣੇ ਗੁਰੂ ਮਹਾਰਾਜ, ਆਪਣੇ ਗੁਰੂ ਪਿਤਾ ਦੇ ਸੰਗ ਦੇ ਵਿੱਚ ਆਈ। ਬਚਪਨ ਵਿੱਚ ਵੀ ਮਤਲਬ ਸ਼ੌਕ ਕੋਈ ਇਸ ਤਰ੍ਹਾਂ ਦੇ ਨਹੀਂ ਸੀ ਕਿ ਮੈਂ ਕੋਈ ਆਮ ਬੱਚਿਆਂ ਵਾਂਗੂ ਕਿ ਮੈਂ ਉੱਧਰ ਖੇਡਣਾ, ਜੇ ਕਰਨਾ ਉਹ ਕਰਨਾ। ਮਤਲਬ ਉਹਨਾਂ ਦੀ ਸੰਗ ਦੇ ਵਿੱਚ ਰਹਿ ਕੇ, ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਸ਼ੁਰੂ ਤੋਂ ਹੀ ਧਿਆਨ ਉਸ ਸੇਵਾ ਦੇ ਨਾਲ ਜੁੜਿਆ ਹੋਇਆ ਸੀ ਕਿ ਕਿਉਂਕਿ ਜੋ ਉਹ ਕਰਦੇ ਸੀ ਮੇਰਾ ਵੀ ਧਿਆਨ ਉਹਨਾਂ ਵੱਲ ਹੀ ਸੀ ਕਿ ਮੈਂ ਵੀ ਇਸੇ ਤਰ੍ਹਾਂ ਆਪਣੇ ਗੁਰੂ ਮਹਾਰਾਜ ਦੇ, ਆਪਣੇ ਪਿਤਾ ਜੀ ਦੇ ਨਕਸ਼ੇ ਕਦਮ ਤੇ ਚੱਲ ਰਹੀ ਸੀ। 6 ਜਾਂ 7th ਦੇ ਵਿੱਚ ਪੜ੍ਹਦੀ ਹੋਊਂਗੀ। ਉਸ ਟਾਈਮ ਤੋਂ ਹੀ ਮੇਰਾ ਧਿਆਨ ਮਤਲਬ ਇਸ ਸੇਵਾ ਦੇ ਵੱਲ ਲੱਗਾ ਹੋਇਆ ਸੀ। 6th ਸਟੈਂਡਰਡ ਵਿੱਚ ਪੜ੍ਹਦਾ ਬੱਚਾ, ਤੁਸੀਂ ਦੇਖ ਲਓ ਕਿ ਕਿੱਡਾ ਕੁ ਹੋਏਗਾ। ਔਰ ਉਸ ਸਮੇਂ ਤੋਂ ਹੀ ਉਸ ਸੇਵਾ ਵੱਲ ਨੂੰ ਧਿਆਨ ਦੇਣਾ, ਕਿਉਂਕਿ ਬਚਪਨ ਉਹਨਾਂ ਦੇ ਨਾਲ ਉਸ ਸੰਗ ਦੇ ਵਿੱਚ ਗੁਜ਼ਰਿਆ ਤੇ ਧਿਆਨ ਆਟੋਮੈਟਿਕਲੀ ਉਸ ਪਾਸੇ ਨੂੰ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ 1994 ਤੋਂ ਇਸ ਮਾਰਗ ਤੇ ਸੀ, ਜਾਂ ਮੇਰਾ ਬਚਪਨ ਇਹ ਸਭ ਵਿਚਾਰ ਸੁਣਦਿਆਂ ਜਾਂ ਇਹਨਾਂ ਗੱਲਾਂ ਦੀ ਪ੍ਰੇਰਨਾ ਲੈਂਦਿਆਂ ਸਾਰਾ ਕੁਛ ਨਿਕਲਿਆ ਬੀਤਿਆ। ਤੇ ਉਸ ਤੋਂ ਬਾਅਦ ਵਿੱਚ 26 ਜੁਲਾਈ 2017 ਨੂੰ ਗੁਰੂ ਮਹਾਰਾਜ ਮੇਰੇ ਪਿਤਾ ਜੀ ਸਰੀਰਕ ਤੌਰ ਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਲਗਭਗ ਕੋਈ 9 ਦਿਨ ਪਹਿਲਾਂ ਇਸ ਗੱਦੀ ਤੇ ਮੈਨੂੰ ਜਾਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਆਪਣੀ ਪਗੜੀ ਮੇਰੇ ਸਿਰ ਤੇ ਰੱਖ ਦਿੱਤੀ ਸੀ ਕਿ ਅੱਜ ਤੋਂ ਬਾਅਦ ਵਿੱਚ ਮੈਂ ਇਸ ਸੇਵਾ ਨੂੰ ਨਿਭਾਵਾਂਗੀ। ਔਰ ਉਸ ਦਿਨ ਤੋਂ ਮਤਲਬ ਆਪਣਾ ਪੂਰਾ ਤਨ ਮਨ ਤਨ ਹਰ ਇੱਕ ਤਰ੍ਹਾਂ ਨਾਲ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਾਂ। 26 ਜੁਲਾਈ 2017 ਤੋਂ ਤਾਂ ਬਿਲਕੁਲ ਪੂਰਾ ਇੱਧਰ ਨੂੰ ਹੀ ਸਾਰਾ ਸਮਰਪਣ ਆ ਜੀ। ਪੂਰੀ ਜ਼ਿੰਦਗੀ ਸੰਗਤ ਦੇ ਇਸ ਸੇਵਾ ਦੇ ਲਿਖੇ ਆ ਜੀ। ਦੀਦੀ, ਤੁਸੀਂ ਦੱਸਿਆ ਵੀ ਤੁਸੀਂ ਜਦੋਂ ਇਸ ਸੰਗਤ ਵਿੱਚ ਆਏ ਤੇ ਉਸ ਵੇਲੇ ਤੁਸੀਂ 6ਵੀਂ ਜਾਂ 7ਵੀਂ ਕਲਾਸ 'ਚ ਸੀਗੇ, ਤੇ ਉਸ ਵੇਲੇ ਰੁਕਾਵਟਾਂ ਵੀ ਬਹੁਤ ਸਾਰੀਆਂ ਆਈਆਂ ਹੋਣਗੀਆਂ ਫੈਮਿਲੀ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਜਾਂ ਓਬਵੀਅਸਲੀ ਅਗਰ ਆਪਾਂ ਸੱਚ ਦੇ ਮਾਰਗ ਤੇ ਚੱਲਦੇ ਹਾਂ, ਸਹੀ ਮਾਰਗ ਤੇ ਚੱਲਦੇ ਹਾਂ, ਤੇ ਰੁਕਾਵਟਾਂ ਤਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ। ਤੇ ਮੇਰੀ ਲਾਈਫ ਦੇ ਵਿੱਚ ਵੀ ਕੁਝ ਰੁਕਾਵਟਾਂ ਆਈਆਂ ਵੀ ਹੈ, ਉਹਨਾਂ ਦਾ ਸਾਹਮਣਾ ਵੀ ਕੀਤਾ। ਔਰ ਉਹਨਾਂ ਰੁਕਾਵਟਾਂ ਨੂੰ ਸਾਈਡ ਤੇ ਕਰਦਿਆਂ ਉਸ ਸੱਚ ਦਾ ਆਪਾਂ ਪੱਲਾ ਨਹੀਂ ਛੱਡਿਆ ਕਿ ਆਪਾਂ ਜਿਸ ਰਸਤੇ ਤੇ ਚੱਲਣ ਦਾ ਦ੍ਰਿੜ ਨਿਸ਼ਚੈ ਮਨ ਦੇ ਵਿੱਚ ਕੀਤਾ ਸੀ, ਤੇ ਅੱਜ ਵੀ ਉਸ ਰਸਤੇ ਤੇ ਆਪਾਂ ਚੱਲਦੇ ਹਾਂ। ਅੱਛਾ, ਤੁਹਾਡੇ ਗੁਰੂ ਜੀ ਸੰਤ ਸਤਿਅਨ ਕੁਮਾਰ ਜੀ, ਜਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਤੁਸੀਂ ਚੱਲਦੇ ਪਏ ਹੋ ਔਰ ਜਿਨ੍ਹਾਂ ਨੂੰ ਤੁਸੀਂ ਆਪਣਾ ਮਾਰਗਦਰਸ਼ਕ ਮੰਨਦੇ ਹੋ, ਆਈਡਲ ਮੰਨਦੇ ਹੋ, ਆਦਰਸ਼ ਮੰਨਦੇ ਹੋ, ਤੇ ਉਹਨਾਂ ਦੇ ਨਾਲ ਤੁਸੀਂ ਇੰਨਾ ਸਮਾਂ ਬਿਤਾਇਆ, ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਹਜੇ ਵੀ ਤੁਹਾਡੇ ਜ਼ਿਹਨ ਦੇ ਵਿੱਚ ਹੋਣਗੀਆਂ, ਦਿਮਾਗ ਦੇ ਵਿੱਚ। ਤੇ ਕੋਈ ਐਸੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਆਪਣੇ ਸੰਗਤ ਦੇ ਨਾਲ?
ਬਿਲਕੁਲ ਜੀ, ਬਹੁਤ ਸਾਰੀਆਂ ਯਾਦਾਂ ਨੇ। ਉਹ ਸਾਰਾ ਬਚਪਨ, ਹੂੰ। ਯੰਗ ਏਜ ਹਾਂਜੀ। ਪਾਪਾ ਦੇ ਸੰਗ ਦੇ ਵਿੱਚ ਨਿਕਲੀ ਹੈ। ਜੀ। ਤੇ ਬਹੁਤ ਸਾਰੀਆਂ ਯਾਦਾਂ ਨੇ। ਇੱਕ ਉਹਨਾਂ ਦਾ ਪਿਆਰ ਦੇ ਨਾਲ ਕਾਕੇ ਕਹਿ ਕੇ ਬੁਲਾਉਣਾ, ਮੈਨੂੰ ਬਹੁਤ ਅੱਛਾ। ਮਿਸ ਕਰਦੀ ਹਾਂ। ਕਿ ਜਦੋਂ ਮਤਲਬ ਦੇਖਦੀ ਹਾਂ ਕੋਈ ਹੂੰ ਹੂੰ। ਬੇਟੀ ਜਾਂ ਕੋਈ ਬੱਚਾ ਆਪਣੇ ਪਿਤਾ ਦੇ ਕਰੀਬ ਹੈ, ਤੇ ਉਹ ਪਿਤਾ ਜੋ ਆਪਣੇ ਬੇਟੇ ਨੂੰ ਲਾਡ ਜੀ 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 ਜੀ। ਦੁਲਾਰ ਦੇ ਰਿਹਾ, ਉਸ ਚੀਜ਼ ਨੂੰ ਮੈਂ ਬਹੁਤ ਮਿਸ ਕਰਦੀ ਹਾਂ। ਕਿ ਉਹ ਜਦੋਂ ਮੈਨੂੰ ਪਿਆਰ ਨਾਲ, ਛੋਟੀ ਗੁੜੀਆ ਵੀ ਹੁੰਦੀ ਸੀ ਤਾਂ ਕਾਕੇ ਕਹਿ ਕੇ ਬੁਲਾਉਂਦੇ ਸੀ, ਅੱਛਾ। ਉਸ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਹਾਂ। ਇੱਕ ਬਾਪ ਤੇ ਬੇਟੀ ਦਾ ਜੋ ਰਿਸ਼ਤਾ ਹੁੰਦਾ, ਸ਼ਾਇਦ ਇਸ ਤੋਂ ਵਧੀਆ ਕੋਈ ਰਿਸ਼ਤਾ ਨਹੀਂ, ਔਰ ਇਸ ਤੋਂ ਬਿਲਕੁਲ ਬਿਲਕੁਲ ਇਮੋਸ਼ਨਲ ਕੋਈ ਰਿਸ਼ਤਾ ਨਹੀਂ ਹੈ ਨਾ ਜੀ, ਬਿਲਕੁਲ ਜੀ। ਅੱਛਾ, ਜਦੋਂ ਉਹਨਾਂ ਦੀਆਂ ਯਾਦਾਂ ਤੁਹਾਡੇ ਨਾਲ ਨੇ ਔਰ ਉਹਨਾਂ ਦੀਆਂ ਸਿੱਖਿਆਵਾਂ ਤੁਹਾਡੇ ਨਾਲ ਹੈ, ਜੀ। ਸੋ ਉਹਨਾਂ ਦੀ ਦਿੱਤੀ ਕੋਈ ਐਸੀ ਸਿੱਖਿਆ ਜਿਹੜੀ ਹਮੇਸ਼ਾ ਤੁਹਾਨੂੰ ਪ੍ਰੇਰਿਤ ਕਰਦੀ ਹੋਵੇ, ਕੋਈ ਯਾਦ ਆਉਂਦੀ ਹੋਵੇ ਵੀ ਉਹਨਾਂ ਦੀ ਕਹੀ ਹੋਈ ਆਹ ਗੱਲ ਮੈਨੂੰ ਹਮੇਸ਼ਾ ਯਾਦ ਹੈ? ਉਹਨਾਂ ਨੇ ਮੈਨੂੰ ਬਚਪਨ ਤੋਂ ਇੱਕ ਗੱਲ ਸਿਖਾਈ ਹੂੰ ਹੂੰ। ਕਿ ਆਪਣੇ ਲਈ ਤੇ ਆਪਣਿਆਂ ਲਈ ਤਾਂ ਸਾਰੇ ਜਿੰਦੇ ਆ। ਵਾਹ। ਆਪਣੇ ਵਾਸਤੇ ਔਰ ਆਪਣਿਆਂ ਵਾਸਤੇ, ਹੂੰ। ਆਪਣੇ ਪਰਿਵਾਰ ਵਾਸਤੇ ਤਾਂ ਸਾਰੇ ਜਿੰਦੇ ਆ। ਮਜ਼ਾ ਤਾਂ ਉਸ ਗੱਲ ਦਾ ਕਿ ਦੂਸਰੇ ਲਈ ਜੀ ਕੇ ਦਿਖਾਓ। ਵਾਹ, ਬਿਲਕੁਲ ਸਹੀ। ਕਿਸੇ ਉਸ ਆਦਮੀ ਲਈ, ਉਸ ਇਨਸਾਨ ਲਈ ਜੀ ਕੇ ਦਿਖਾਓ ਜਿੰਨਾ ਕੋਈ ਤੁਹਾਡਾ ਰਿਲੇਸ਼ਨ ਹੀ ਨਹੀਂ ਹੈ। ਹੂੰ। ਆਪਣੀ ਜ਼ਿੰਦਗੀ ਨੂੰ ਉਸ ਪਾਸੇ ਲੈ ਜਾਓ। ਬਹੁਤ ਬਹੁਤ ਲੋਕਾਂ ਨੂੰ ਤੁਹਾਡੀ ਸੇਵਾ ਦੀ ਜ਼ਰੂਰਤ ਹੈ ਜੀ। ਬਹੁਤ ਲੋਕਾਂ ਨੂੰ ਤੁਹਾਡੀ ਸੇਵਾ ਦੀ, ਤੁਹਾਡੀ ਸੰਭਾਲ ਦੀ ਜ਼ਰੂਰਤ ਹੈ। ਤੁਸੀਂ ਆਪਣੀ ਇਸ ਪ੍ਰੇਮ ਨੂੰ, ਇਸ ਸੇਵਾ ਨੂੰ ਜਨ ਜਨ ਤੱਕ ਪਹੁੰਚਾਓ। ਇਹਨੂੰ ਇੱਕ ਲਿਮਟ ਦੇ ਵਿੱਚ ਸੀਮਤ ਨਾ ਕਰ ਲੈਣਾ, ਸੀਮਤ ਨਾ ਕਰ ਲੈਣਾ, ਇਹਨੂੰ ਜਨ ਜਨ ਤੱਕ ਪਹੁੰਚਾਓ। ਬਸ ਉਹ ਕੋਸ਼ਿਸ਼ ਕਰ ਰਹੇ। ਕਿਉਂਕਿ ਲੈਣ ਵਾਲੇ ਹੱਥ ਬਹੁਤ ਜ਼ਿਆਦਾ ਹੈਗੇ ਆ, ਦੇਣ ਵਾਲੇ ਹੱਥ ਬਹੁਤ ਥੋੜੇ ਹੈਗੇ ਆ ਜੀ। ਤੇ ਜਦੋਂ ਤੁਸੀਂ ਆਪਣੀ ਸੰਗਤ ਦੀ ਸੇਵਾ ਕਰਦੇ ਹੋ, ਚਾਹੇ ਉਹ ਤੁਹਾਡੇ ਸਤਸੰਗ ਦੇ ਨਾਲ ਹੋਵੇ, ਚਾਹੇ ਉਹ ਜਿਹੜੀ ਸੋਸ਼ਲ ਵੀ ਤੁਸੀਂ ਕੰਮ ਕਰਦੇ ਹੋ, ਤੇ ਇੱਕ ਅੰਦਰੋਂ ਜਿਹੜਾ ਉਹ ਇੱਕ ਸਕੂਨ ਮਿਲਦਾ ਹੈ, ਸੋ ਉਹ ਸਕੂਨ ਜਿਹੜਾ ਮਿਲਦਾ ਉਸ ਵੇਲੇ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ? ਬਹੁਤ ਮਤਲਬ ਅੱਛਾ ਮਹਿਸੂਸ ਹੁੰਦਾ ਕਿ ਜਦੋਂ ਤੁਹਾਡੇ ਕਰਕੇ ਕਿਸੇ ਦੇ ਫੇਸ ਤੇ ਮੁਸਕਾਨ ਹੋਵੇ ਜਾਂ ਉਹ ਖੁਸ਼ ਹੋਵੇ, ਤੁਹਾਡੀ ਕਿਸੇ ਤੁਹਾਡੇ ਕੀਤੀ ਹੋਈ ਸੇਵਾ ਦਾ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਵੇ। ਦੀਦੀ, ਮੈਨੂੰ ਨਾ ਇੱਕ ਰਾਜ ਕਪੂਰ ਜੀ ਦੀ ਫਿਲਮ ਹੈ, ਉਹਦਾ ਇੱਕ ਗਾਣਾ ਯਾਦ ਆ ਗਿਆ, किसी की मुस्कुराहटों पे हो निसार, किसी का दर्द ले सके तो ले उधार, किसी के वास्ते तेरे दिल में हो प्यार, जीना इसी का नाम ਹੈ। ਬਿਲਕੁਲ ਬਿਲकुल ਬਿਲकुल। ਅੱਛਾ ਦੀਦੀ, ਜਦੋਂ ਸ਼੍ਰੀ ਦੀਨ ਦਿਆਲ ਸਤਸੰਗ ਇਸ ਮੁਕੱਦਸ ਘਰ ਦੀ ਗੱਲ ਕਰੀਏ, ਸਤਸੰਗ ਦੀ ਗੱਲ ਕਰੀਏ, ਤੇ ਉੱਥੇ ਪ੍ਰਭੂ ਸਿਮਰਨ ਵੀ ਹੁੰਦਾ ਔਰ ਤੁਸੀਂ ਸੰਗਤ ਨੂੰ ਪਰਸਨਲੀ ਮਿਲਦੇ ਵੀ ਹੋ, ਤੇ ਉਹ ਰੁਝੇਵੇਂ ਕੀ ਰਹਿੰਦੇ ਆ ਜੀ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਜਾਂ ਸ਼ੁੱਕਰਵਾਰ? ਹਰ ਸੰਡੇ 11:30 ਵਜੇ ਅੱਛਾ ਜੀ। ਸਤਸੰਗ ਹੁੰਦਾ, ਤੇ ਉਹ ਸੰਡੇ ਦਾ ਪੂਰਾ ਦਿਨ ਸਾਡਾ ਸਤਸੰਗ ਸੇਵਾ ਦੇ ਦੌਰਾਨ ਮਤਲਬ ਨਿਕਲ ਜਾਂਦਾ। ਤੇ ਉਸ ਤੋਂ ਬਾਅਦ ਵਿੱਚ ਮੰਡੇ, ਟਿਊਜ਼ਡੇ, ਜੋ ਵੀ ਬਾਕੀ ਦਿਨ ਬਚਦੇ ਆ, ਉਹਨਾਂ ਦੇ ਵਿੱਚ ਅਸੀਂ ਅਗਰ ਕਿਸੇ ਨੇ ਘਰੇ ਬੁਲਾਇਆ ਉਹਨਾਂ ਦੇ ਜਾਣਾ, ਅਗਰ ਕਿਤੇ ਬਾਹਰ ਸਤਸੰਗ ਆ ਉਹ ਦੇਖਣਾ ਆ, ਤੇ ਹੋਰ ਕੋਈ ਸੋਸ਼ਲ ਕੋਈ ਸਾਡੀ ਕੋਈ ਸੇਵਾ ਆ ਉਹਨੂੰ ਦੇਖਣਾ ਹੁੰਦਾ ਆ। ਇਸੇ ਤਰ੍ਹਾਂ ਪੂਰਾ ਵੀਕ ਸਾਡਾ ਉਹ ਨਿਕਲ ਜਾਂਦਾ। ਸੋ ਤੁਹਾਡੀ ਸੰਗਤ ਦੇ ਵਿੱਚ, ਸੇਵਾਦਾਰਾਂ ਦੇ ਵਿੱਚ ਜਦੋਂ ਨੌਜਵਾਨ ਤੁਹਾਨੂੰ ਕੋਈ ਦਿਖਦਾ, ਮੁੰਡੇ ਕੁੜੀਆਂ, ਤੇ ਉਸ ਵੇਲੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਔਰ ਇੱਕ ਲੱਗਦਾ ਵੀ ਇਹ ਸਹੀ ਰਸਤੇ ਦੇ ਉੱਪਰ ਨੇ? ਅਸਲ ਵਿੱਚ ਪਤਾ ਨਹੀਂ ਕਿ ਮੈਂ ਉਸ ਚੀਜ਼ ਨੂੰ ਮੈਂ ਸਹੀ ਹਾਂ ਜਾਂ ਨਹੀਂ ਸਹੀ, ਪਰ ਅਗਰ ਯੂਥ ਇਸ ਗੱਲ ਨੂੰ ਸਮਝੇ ਔਰ ਇਸ ਰਸਤੇ ਤੇ ਚੱਲੇ, ਤੇ ਇਸ ਤੋਂ ਵਧੀਆ ਕੋਈ ਏਜ ਨਹੀਂ ਹੈ ਇਹ ਆਪਣੀ ਜ਼ਿੰਦਗੀ ਨੂੰ ਸਹੀ ਟਰੈਕ ਤੇ ਲੈ ਕੇ ਆਉਣ ਦੀ। ਮਤਲਬ ਮੰਦਿਰ, ਗੁਰਦੁਆਰਾ, ਸਤਸੰਗ ਅਗਰ ਅਸੀਂ ਜਾਂਦੇ ਆ, ਯੂਥ ਜਾਂਦੇ ਆ, ਤੇ ਉਹ ਸਾਨੂੰ ਇਹ ਗੱਲ ਨਹੀਂ ਕਹਿੰਦੇ ਕਿ ਤੂੰ ਮਤਲਬ ਸ਼ਾਦੀ ਨਹੀਂ ਕਰ ਸਕਦਾ, ਤੂੰ ਆਪਣੀ ਨੌਕਰੀ ਨਹੀਂ ਕਰ ਸਕਦਾ, ਤੂੰ ਆਪਣਾ ਬਿਜ਼ਨਸ ਨਹੀਂ ਕਰ ਸਕਦਾ। ਉਹ ਕਹਿੰਦੇ ਕਰੋ, ਪਰ ਲੇਕਿਨ ਅੰਦਰ ਇੱਕ ਸਮਝ ਪੈਦਾ ਕਰੋ ਕਿ ਅਸੀਂ ਇਸ ਸੰਸਾਰ ਤੇ ਕਿਹਦੇ ਲਈ ਆਏ ਆ, ਕੀ ਕਰਨ ਆਏ ਆ ਔਰ ਕੀ ਕਰਦੇ ਪਏ ਆ। ਅਗਰ ਸਾਡੇ ਅੰਦਰ ਉਹ ਸਮਝ ਹੋਏਗੀ ਤੇ ਅਸੀਂ ਆਪਣੀ ਲਾਈਫ ਨੂੰ ਇੱਕ ਅੱਛੇ ਢੰਗ ਨਾਲ, ਇੱਕ ਉਹ ਮਿਸ਼ਨ ਲੈ ਕੇ ਚੱਲਾਂਗੇ ਆਪਣੀ ਲਾਈਫ ਦੇ ਵਿੱਚ, ਜਿਸ ਮਿਸ਼ਨ ਲਈ ਸਾਨੂੰ ਪਰਮੇਸ਼ਵਰ ਨੇ, ਮਾਲਿਕ ਨੇ, ਵਾਹਿਗੁਰੂ ਨੇ, ਪਰਮਾਤਮਾ ਨੇ ਇਸ ਸੰਸਾਰ ਤੇ ਭੇਜਿਆ। ਬਿਲਕੁਲ, ਕਿਉਂਕਿ ਪ੍ਰਭੂ ਸਿਮਰਨ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਗ੍ਰਸਤ ਜੀਵਨ ਦੇ ਨਾਲ ਰਹਿ ਕੇ ਵੀ ਪ੍ਰਭੂ ਸਿਮਰਨ ਕੀਤਾ ਜਾ ਸਕਦਾ, ਅਲੱਗ ਨਹੀਂ ਹੈ, ਅਲੱਗ ਨਹੀਂ ਹੈ।
ਅਲੱਗ ਨਹੀਂ ਹੈ। ਮਰ ਜਾਏ ਅਸੀਂ ਗ੍ਰਸਤ ਵਿੱਚ ਰਹਿ ਕੇ ਵੀ ਪ੍ਰਭੂ ਦਾ ਸਿਮਰਨ ਕਰ ਸਕਦੇ ਹਾਂ। ਜੀ। ਸੋ ਜਗਤ ਪੰਜਾਬੀ ਟੀਵੀ ਦੇਖਦੇ ਹੋਏ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਵੀ ਜਿੱਥੇ ਅੱਜ ਗੁਰੂ ਚਾ ਰਾਜਦੀਪ ਦੀਦੀ ਹੋਰਾਂ ਨਾਲ ਮੁਲਾਕਾਤ ਹੋ ਰਹੀ ਹੈ ਔਰ ਇਹ ਸਾਡੇ ਸਟੂਡੀਓ ਆਏ ਨੇ, ਤੇ ਇਹਨਾਂ ਦੀ ਇੱਕ ਹੋਰ ਛਵੀ, ਇੱਕ ਹੋਰ ਇਮੇਜ, ਉਹਦੇ ਬਾਰੇ ਮੈਂ ਜ਼ਰੂਰ ਤਾਰਫ ਕਰਵਾਉਣਾ ਚਾਹਾਂਗਾ। ਤੁਸੀਂ ਬਹੁਤ ਕਮਾਲ ਦਾ ਕੰਮ ਕਰਦੇ ਪਏ ਹੋ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਲੋਕਡਾਊਨ, ਔਰ ਤੁਹਾਨੂੰ ਮੈਂ ਸੋਸ਼ਲ ਮੀਡੀਆ ਤੇ ਵੀ ਫੋਲੋ ਕਰਦਾ, ਔਰ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਜਿੱਥੇ ਇੱਕ ਆਮ ਇਨਸਾਨ ਨੂੰ, ਇੱਕ ਜ਼ਰੂਰਤਮੰਦ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹੋ, ਖਾਸ ਤੌਰ ਤੇ ਅਨਾਜ ਔਰ ਰਾਸ਼ਨ ਵਗੈਰਾ ਜੀ। ਸੋ ਇਹ ਕਿੱਦਾਂ ਦਿਮਾਗ ਦੇ ਵਿੱਚ ਆਇਆ ਅਚਾਨਕ? ਲੋਕਡਾਊਨ ਤੋਂ ਕੁਝ ਦਿਨ ਬਾਅਦ ਵਿੱਚ ਹਾਂਜੀ, ਮਤਲਬ ਮੇਰੇ ਮਨ ਦੇ ਵਿੱਚ ਤਾਂ ਇਹ ਸੀ, ਮੈਂ ਆਪਣੇ ਸਹਿਯੋਗੀਆਂ ਨੂੰ ਇੱਕ ਦੋ ਜਣਿਆਂ ਨੂੰ ਕਾਲ ਕਰਕੇ ਕਿ ਲੋਕਡਾਊਨ ਨੂੰ ਮਤਲਬ ਚੱਲ ਪਿਆ, ਸਟਾਰਟ ਹੋ ਗਿਆ, ਤੇ ਹੁਣ ਇਹਦੇ ਵਿੱਚ ਕੁਛ ਨਾ ਕੁਛ, ਪਤਾ ਨਹੀਂ ਕਿੰਨਾ ਲੰਬਾ ਪੀਰੀਅਡ ਇਹ ਚੱਲਣਾ ਹੈ, ਤੇ ਇਹਦੇ ਵਿੱਚ ਕੁਛ ਨਾ ਕੁਛ ਸਾਨੂੰ ਐਸਾ ਕਰਨਾ ਚਾਹੀਦਾ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਤਾਂ ਕਿ ਕੋਈ ਆਪਣੇ ਘਰ ਤੋਂ ਬਾਹਰ ਨਾ ਨਿਕਲੇ, ਉਹ ਲੋਕਡਾਊਨ ਦਾ ਪੂਰਾ ਪਾਲਨ ਕਰ ਸਕਣ। ਮਤਲਬ ਇਹ ਲੋਕਡਾਊਨ ਵਿੱਚ ਗਰੀਬ ਆਦਮੀ ਲਈ, ਜੋ ਲੋ ਕਲਾਸ ਦੇ, ਉਹਨਾਂ ਲਈ ਸਭ ਤੋਂ ਜ਼ਿਆਦਾ ਦਿੱਕਤ ਦਾ ਵਿਸ਼ਾ ਸੀ ਲੋਕਡਾਊਨ, ਕਿਉਂਕਿ ਅਚਾਨਕ ਇਹ ਸਭ ਕੁਝ ਹੋ ਗਿਆ। ਅਚਾਨਕ ਹੋਣ ਦੇ ਨਾਲ ਉਹ ਗਰੀਬ ਆਦਮੀ ਲਈ ਜਾਂ ਜ਼ਰੂਰਤਮੰਦ ਆਦਮੀ ਲਈ ਬਹੁਤ ਵੱਡੀ ਦਿੱਕਤ, ਬਹੁਤ ਵੱਡੀ ਮੁਸੀਬਤ ਸੀ ਕਿ ਜਿਹਨੇ ਹਰ ਰੋਜ਼ ਆਪਣੀ ਮਿਹਨਤ ਮੁਸ਼ੱਕਤ ਕਰਕੇ ਕੋਈ ਰਿਕਸ਼ਾ ਚਲਾ ਰਿਹਾ, ਕੋਈ ਆਟੋ ਚਲਾ ਰਿਹਾ, ਕੋਈ ਮਜ਼ਦੂਰੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹਨਾਂ ਨੇ ਉਹੀ ਕਮਾਣਾ ਸੀ ਤੇ ਉਹੀ ਖਾਣਾ ਸੀ, ਉਹਨਾਂ ਵਾਸਤੇ ਬਹੁਤ ਦਿੱਕਤ ਦਾ ਵਿਸ਼ਾ ਸੀ। ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਸੀ ਕਿ ਕਿਉਂ ਨਾ ਉਹਨਾਂ ਵਾਸਤੇ ਕੁਛ ਨਾ ਕੁਛ ਕੀਤਾ ਜਾਵੇ, ਕਿ ਉਹਨਾਂ ਨੂੰ ਘਰ ਦੇ ਵਿੱਚ ਹੀ, ਤਾਂ ਕਿ ਉਹਨਾਂ ਦੀ ਇਹ ਮਜਬੂਰੀ ਨਾ ਹੋਵੇ ਕਿ ਉਹ ਬਾਹਰ ਨਿਕਲਣ, ਉਹ ਘਰ ਦੇ ਵਿੱਚ ਰਹਿਣ, ਆਰਾਮ ਨਾਲ ਆਪਣੇ ਪਰਿਵਾਰ ਦੇ ਵਿੱਚ, ਬਿਨਾਂ ਕਿਸੇ ਚਿੰਤਾ ਦੇ, ਬਿਨਾਂ ਕਿਸੇ ਕਾਰਨ ਦੇ ਉਹ ਘਰ ਦੇ ਵਿੱਚ ਰਹਿਣ ਔਰ ਲੋਕਡਾਊਨ ਦਾ ਪਾਲਣ ਕਰਨ, ਤੇ ਡੋਰ ਟੂ ਡੋਰ ਜਾ ਕੇ ਅਸੀਂ ਉਹਨਾਂ ਨੂੰ ਖਾਣਾ ਜਾਂ ਜੋ ਵੀ ਅਸੀਂ ਕਰ ਸਕਦੇ ਉਹਨਾਂ ਲਈ ਅਸੀਂ ਕਰੀਏ। ਕੀ ਬਾਤ ਹੈ ਦੀਦੀ। ਇਹ ਜਿਹੜਾ ਲੋਕਡਾਊਨ ਜਦੋਂ ਸ਼ੁਰੂ ਹੋਇਆ ਤੇ ਹੁਣ ਤੱਕ ਇਹ ਸੇਵਾ ਬਰਕਰਾਰ? ਜੀ ਬਿਲਕੁਲ ਜੀ, ਜਿਸ ਦਿਨ ਤੋਂ ਲੋਕਡਾਊਨ ਸਟਾਰਟ ਹੋਇਆ ਉਸ ਦਿਨ ਤੋਂ ਆਮ ਜਨਤਾ ਦੀ ਪਰੇਸ਼ਾਨੀ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸੇਵਾ 29 ਮਾਰਚ ਤੋਂ ਸਟਾਰਟ ਕੀਤੀ ਸੀ, ਤੇ ਜਿਹੜੀ ਅੱਜ ਵੀ ਜਾਰੀ ਹੈ, ਚੱਲ ਰਹੀ ਹੈ ਜੀ। ਅੱਛਾ ਦੀਦੀ, ਤੁਸੀਂ ਦੱਸਿਆ ਵੀ 29 ਮਾਰਚ ਤੋਂ ਲੈ ਕੇ ਹੁਣ ਤੱਕ ਇਹ ਸੇਵਾ ਕੰਟੀਨਿਊ ਚੱਲ ਰਹੀ ਹੈ, ਬਰਕਰਾਰ ਹੈ, ਤੇ ਕਿਉਂਕਿ ਇਹਦੇ ਪਿੱਛੇ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਫਾਈਨੈਂਸ਼ੀਅਲ ਸਹਿਯੋਗ, ਤੇ ਨਕੋਦਰ ਦੇ ਵਿੱਚ, ਔਰ ਤੁਸੀਂ ਨਕੋਦਰ ਦੇ ਹੋ, ਤੇ ਨਕੋਦਰ ਵਾਲਿਆਂ ਨੇ ਤੁਹਾਡਾ ਕਿੰਨਾ ਸਾਥ ਦਿੱਤਾ? ਬਿਲਕੁਲ ਜੀ, ਮੈਂ ਇਸ ਗੱਲ ਨੂੰ ਨਕਾਰਦੀ ਨਹੀਂ ਹੈ। ਮੇਰੀ ਇਸ ਮਹੱਲੇ ਵਾਲਿਆਂ ਦਾ ਸਭ ਤੋਂ ਜ਼ਿਆਦਾ, ਮੈਨੂੰ ਇਸ ਮਹੱਲੇ ਵਾਲਿਆਂ ਦਾ ਸਹਿਯੋਗ ਹੈ, ਉਸ ਤੋਂ ਬਾਅਦ ਵਿੱਚ ਸ਼ਹਿਰ ਵਾਸੀਆਂ ਦਾ, ਪੂਰਿਆਂ ਦਾ, ਤੇ ਮੇਰੇ ਸਤਸੰਗੀ ਸੇਵਕਾਂ ਦਾ ਪੂਰਾ ਸਹਿਯੋਗ ਆ, ਜਿਨ੍ਹਾਂ ਦੇ ਸਹਿਯੋਗ ਦੀ ਬਦੌਲਤ ਅੱਜ ਵੀ ਇਹ ਲੰਗਰ ਚੱਲ ਰਿਹਾ, ਔਰ ਜਦੋਂ ਤੱਕ ਮਾਲਿਕ ਚਾਹੇਗਾ ਇਹ ਚੱਲਦਾ ਹੀ ਰਹੇਗਾ। ਅੱਛਾ ਦੀਦੀ, ਤੁਸੀਂ ਸੰਗਤ ਦੇ ਵਿੱਚ ਬਹਿਣਾ ਉੱਠਣਾ ਜ਼ਿਆਦਾ ਰਹਿੰਦਾ ਤੁਹਾਡਾ, ਸੰਗਤ ਦੇ ਨਾਲ ਰੂਬਰੂ ਹੁੰਦੇ ਹੋ ਤੁਸੀਂ, ਸੇਵਾਦਾਰਾਂ ਦੇ, ਆਪਣੇ ਸਤਸੰਗੀਆਂ ਦੇ, ਉਹਨਾਂ ਦੇ ਘਰ ਵੀ ਆਉਣੇ ਜਾਂਦੇ ਹੋ, ਤੇ ਜਦੋਂ ਕੋਈ ਤਿਉਹਾਰ ਆਉਂਦਾ, ਜਿੱਦਾਂ ਹੁਣ ਆਉਣ ਵਾਲੇ ਸਾਰੇ ਤਿਉਹਾਰ ਆਉਣ ਵਾਲੇ ਆ, ਰੱਖੜੀ, ਦੀਵਾਲੀ, ਜਨਮਾਸ਼ਟਮੀ, ਸੋ ਉਹ ਤਿਉਹਾਰਾਂ ਦੀ ਸੈਲੀਬ੍ਰੇਸ਼ਨ ਕਿੱਦਾਂ ਰਹਿੰਦੀ ਹੈ ਤੁਹਾਡੀ? ਬਿਲਕੁਲ ਜੀ, ਸਾਰੇ ਤਿਉਹਾਰ ਸਾਡੇ ਆਪਣੇ ਡੇਰੇ ਤੇ, ਸ਼੍ਰੀ ਦੀਨ ਦਿਆਲ ਸਤਸੰਗ ਤੇ ਸੰਗਤ ਦੇ ਨਾਲ ਹੀ ਜੁੜੇ ਹੋਏ ਨੇ। ਤੇ ਮੰਨ ਲਓ ਰਾਖੀ ਦਾ ਤਿਉਹਾਰ ਆ, ਬਹੁਤ ਸਾਰੇ ਬੱਚੇ, ਬਹੁਤ ਸਾਰੀਆਂ ਬੀਬੀਆਂ, ਬਹੁਤ ਸਾਰੇ ਲੜਕੇ, ਇਹ ਨਹੀਂ ਹੈ ਕਿ ਰਾਖੀ ਸਿਰਫ ਔਰਤ, ਲੇਡੀਜ਼ ਹੀ ਆਪਣੇ ਭਰਾ ਦੇ ਬੰਨ੍ਹਦੀ ਹੈ, ਤੇ ਬਹੁਤ ਸਾਰੀਆਂ ਲੇਡੀਜ਼, ਬਹੁਤ ਸਾਰੀਆਂ ਲੜਕੀਆਂ, ਉਹ ਐਜ਼ ਏ ਗੁਰੂ, ਐਜ਼ ਏ, ਇਹ ਨਹੀਂ ਦੇਖਦੇ ਕਿ ਇਹ ਲੇਡੀਜ਼ ਹੈ, ਇਸ ਚੀਜ਼ ਤੋਂ ਉੱਪਰ ਉੱਠ ਕੇ ਉਹ ਰਾਖੀ ਬੰਨ੍ਹ ਕੇ ਜਾਂਦੀਆਂ ਨੇ ਜੀ। ਤੇ ਦੀਵਾਲੀ, ਜੋ ਵੀ ਬਾਕੀ ਵੀ ਫੈਸਟੀਵਲ ਨੇ, ਸਾਰੇ ਸੰਗਤ ਦੇ ਨਾਲ ਜੁੜੇ ਹੋਏ ਨੇ, ਔਰ ਸੰਗਤ, ਬਹੁਤ ਸਾਰੀ ਸੰਗਤ ਆ ਕੇ ਇੱਥੇ ਡੇਰੇ ਤੇ ਹੀ ਸੈਲੀਬ੍ਰੇਸ਼ਨ ਹੁੰਦੀ ਹੈ ਜੀ। ਅੱਛਾ ਦੀਦੀ, ਜਿੱਥੋਂ ਆਪਾਂ ਸ਼੍ਰੀ ਦੀਨ ਦਿਆਲ ਸਤਸੰਗ ਦੀ ਗੱਲ ਕਰੀਏ, ਇਸ ਡੇਰੇ ਦੀ ਗੱਲ ਕਰੀਏ, ਔਰ ਮੈਂ ਸੰਤ ਸਤਿਅਨ ਕੁਮਾਰ ਜੀ, ਉਹਨਾਂ ਦੀ ਸ਼ਖਸੀਅਤ ਤੋਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ,
ਤੇ ਜਦੋਂ ਸਾਲਾਨਾ ਭੰਡਾਰੇ ਦੀ ਗੱਲ ਆਉਂਦੀ ਹੈ ਤੇ ਉਹ ਸਾਲਾਨਾ ਭੰਡਾਰਾ ਕਦੋਂ ਹੁੰਦਾ ਤੇ ਬਰਸੀ ਕਦੋਂ ਹੁੰਦੀ ਹੈ? ਸਾਡਾ ਸਾਲਾਨਾ ਭੰਡਾਰਾ ਜਿਹੜਾ ਜੂਨ ਦਾ ਫਸਟ ਸੰਡੇ ਉਸ ਨੂੰ ਮਨਾਇਆ ਜਾਂਦਾ ਹੈ। ਫਸਟ ਸੰਡੇ ਡੇਟ ਕੋਈ ਵੀ ਆ ਸਕਦੀ ਹੈ, ਔਰ ਜੂਨ ਮਹੀਨੇ ਦਾ ਫਸਟ ਸੰਡੇ ਹੁੰਦਾ। ਔਰ ਉਸ ਤੋਂ ਬਾਅਦ ਵਿੱਚ ਗੁਰੂ ਮਹਾਰਾਜ ਦੀ ਬਰਸੀ, ਉਹ 26 ਜੁਲਾਈ। ਓਕੇ, 26 ਜੁਲਾਈ। ਠੀਕ। ਹਾਂਜੀ। ਤੇ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ? ਜੀ ਬਿਲਕੁਲ ਜੀ, ਉਹ ਜਨਮ ਦਿਹਾੜਾ ਉਹਨਾਂ ਦਾ 1 ਅਪ੍ਰੈਲ ਦਾ। ਅੱਛਾ, 1 ਅਪ੍ਰੈਲ ਦਾ। ਅੱਛਾ ਦੀਦੀ, ਵੈਸੇ ਸੰਗਤ ਸ਼ਾਇਦ ਇਹ ਵੀ ਜਾਣਨਾ ਚਾਹੁੰਦੀ ਹੋਵੇ ਵੀ ਤੁਸੀਂ ਆਪਣਾ ਜਨਮ ਦਿਨ ਕਿੱਦਾਂ ਮਨਾਉਂਦੇ ਹੋ? ਪਹਿਲਾਂ ਤਾਂ ਸੈਲੀਬ੍ਰੇਸ਼ਨ ਕੁਝ ਹੋਰ ਹੁੰਦੀ ਸੀ, ਕਿਉਂਕਿ ਪਹਿਲਾਂ ਮੈਂ ਇਸ ਸਥਾਨ ਤੇ ਨਹੀਂ ਸੀ। ਪਹਿਲਾਂ ਤਾਂ ਸੈਲੀਬ੍ਰੇਸ਼ਨ ਥੋੜਾ ਅਲੱਗ ਢੰਗ ਨਾਲ ਹੁੰਦੀ ਸੀ, ਬਟ ਹੁਣ ਜਿਹੜੀ ਸਾਡੀ ਸੈਲੀਬ੍ਰੇਸ਼ਨ ਆ ਉਹ ਸਤਸੰਗ ਹੀ ਉਸ ਦਿਨ ਹੁੰਦਾ ਹੈ। ਜਿਸ ਦਿਨ ਮੇਰਾ ਜਨਮ ਦਿਨ ਹੁੰਦਾ ਹੈ ਕਿ ਉਸ ਦਿਨ ਸਤਸੰਗ ਹੀ ਸਾਡਾ ਹੁੰਦਾ ਹੈ, ਤੇ ਉਸ ਦਿਨ ਸੇਵਾ ਹੁੰਦੀ ਹੈ ਤੇ ਲੰਗਰ ਹੁੰਦਾ ਹੈ। ਉਸ ਤੋਂ ਬਿਨਾ ਹੁਣ ਸੰਗਤ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਜੀ। ਅੱਛਾ ਦੀਦੀ, ਜਿੱਦਾਂ ਤੁਸੀਂ ਦੱਸਿਆ ਵੀ ਸ਼੍ਰੀ ਦੀਨ ਦਿਆਲ ਸਤਸੰਗ ਦੇ ਵਿੱਚ ਤੁਸੀਂ ਵੀਕਲੀ ਸਤਸੰਗ ਕਰਦੇ ਹੋ ਤੇ ਬਹੁਤ ਸਾਰੀ ਸੰਗਤ ਤੁਹਾਨੂੰ ਇੰਨਾ ਪਿਆਰ ਕਰਦੇ ਆ, ਤੁਹਾਡੇ ਸੇਵਾਦਾਰ, ਤੁਹਾਡੀ ਸੰਗਤ ਸਤਸੰਗੀ, ਤੇ ਬਹੁਤ ਜ਼ਿੱਦ ਵੀ ਕਰਦੇ ਹੋਣਗੇ ਸਾਡੇ ਘਰ ਆਓ, ਸਾਡੇ ਘਰ ਆਓ ਸਤਸੰਗ ਦੇ ਲਈ, ਵੈਸੇ ਚੱਲਣ ਪਾਓ, ਤੇ ਆਪਣੇ ਸੇਵਾਦਾਰਾਂ ਦੇ ਘਰ ਵੀ ਆਉਣਾ ਜਾਣਾ ਤੁਹਾਡਾ ਹੁੰਦਾ ਜੀ? ਜੀ ਬਿਲਕੁਲ, ਕਿਉਂਕਿ ਹੁਣ ਤਾਂ ਆਪਣੀ ਪੂਰੀ ਜ਼ਿੰਦਗੀ ਹੀ ਸੰਗਤ ਦੇ ਵਾਸਤੇ ਆ, ਉਹਨਾਂ ਦੀ ਸੇਵਾ ਦੇ ਵਾਸਤੇ ਸਮਰਪਿਤ ਹੈ। ਤੇ ਜਿੱਥੇ ਵੀ ਕੋਈ ਪ੍ਰੇਮੀ, ਜਿੱਥੇ ਵੀ ਕੋਈ ਸਤਸੰਗੀ ਬੁਲਾਉਂਦਾ ਹੈ, ਚਾਹੇ ਉਹ ਸਤਸੰਗ ਲਈ ਬੁਲਾਉਂਦਾ ਹੈ, ਤੇ ਕਿਸੇ ਦਾ ਕੋਈ ਗ੍ਰਹਿ ਪ੍ਰਵੇਸ਼ ਆ, ਕਿਸੇ ਦਾ ਕੁਛ ਹੈ, ਅਗਰ ਕੋਈ ਖੁਸ਼ੀ ਦੇ ਨਾਲ ਜਾਂ ਕੋਈ ਬੁਲਾਉਂਦਾ ਤੇ ਉਹਨਾਂ ਦੀ ਖੁਸ਼ੀ ਨੂੰ ਦੇਖਦਿਆਂ ਹੋਇਆ ਜਾਣਾ ਪੈਂਦਾ। ਜਿੱਦਾਂ ਹੁਣ ਲੋਕਡਾਊਨ ਤੋਂ 1 ਦਿਨ ਪਹਿਲਾਂ ਅਸੀਂ ਉਧਰ ਹਰਿਦੁਆਰ ਸਾਈਡ ਤੇ ਗਏ ਹੋਏ ਸੀ, ਉਧਰ ਵੀ ਸਾਡੇ ਸਤਸੰਗ ਹੁੰਦਾ, ਤੇ ਲੋਕਡਾਊਨ ਤੋਂ 1 ਦਿਨ ਪਹਿਲਾਂ ਹੀ ਅਸੀਂ ਹਰਿਦੁਆਰ ਸਾਈਡ ਤੋਂ ਵਾਪਸ ਆਏ ਹਾਂ। ਸੰਗਤ ਦੀ ਦੇਖਦੇ ਹਾਂ ਕਿ ਉਹਨਾਂ ਦੀ ਇੱਛਾ ਕਿ ਸਾਡੇ ਆਓ ਜਾਂ ਸਾਡੇ ਵੀ ਸਤਸੰਗ ਹੋਵੇ। ਪੂਰੇ ਇਲਾਕੇ ਦੀ ਸੰਗਤ ਇੱਕ ਜਗ੍ਹਾ ਇਕੱਤਰਤ ਹੁੰਦੀ ਆ, ਤੇ ਉਸ ਚੀਜ਼ ਨੂੰ ਦੇਖਦੇ ਹਾਂ। ਫਿਰ ਜਿਸ ਤਰ੍ਹਾਂ ਇੱਥੇ ਆਪਣਾ ਸਾਲਾਨਾ ਭੰਡਾਰਾ ਹੁੰਦਾ ਹੈ ਜੂਨ ਦੇ ਵਿੱਚ, ਇਸੇ ਤਰ੍ਹਾਂ ਸਾਡਾ ਉਧਰ ਯੂਪੀ ਉੱਤਰਾਖੰਡ ਦੇ ਵਿੱਚ ਨਵੰਬਰ ਦੇ ਵਿੱਚ ਭੰਡਾਰਾ ਹੁੰਦਾ, ਤੇ ਉਹਦੇ ਲਈ ਵੀ ਸਾਨੂੰ ਸਾਲ ਦੇ ਵਿੱਚ 2 ਵਾਰੀ, ਇੱਕ ਵਾਰੀ ਮਾਰਚ ਵਿੱਚ ਤੇ ਇੱਕ ਵਾਰੀ ਨਵੰਬਰ ਦੇ ਵਿੱਚ, 2 ਵਾਰੀ ਹਰਿਦੁਆਰ ਸਾਈਡ ਯੂਪੀ ਉੱਤਰਾਖੰਡ ਵੀ ਜਾਣਾ ਪੈਂਦਾ। ਅੱਛਾ ਦੀਦੀ, ਤੁਸੀਂ ਇੰਨਾ ਵਧੀਆ ਕੰਮ ਕਰਦੇ ਪਏ ਹੋ, ਸਿਰਫ ਆਪਣੇ ਸਤਸੰਗ ਦੇ ਜ਼ਰੀਏ ਪ੍ਰਭੂ ਸਿਮਰਨ ਦੇ ਨਾਲ ਜੋੜਦੇ ਵੀ ਪਏ ਹੋ ਆਪਣੀ ਸੰਗਤ ਨੂੰ, ਸੇਵਾਦਾਰਾਂ ਨੂੰ, ਨਾਲ ਦੇ ਨਾਲ ਤੁਸੀਂ ਜਿਹੜਾ ਸੋਸ਼ਲ ਵਰਕ ਕਰਦੇ ਪਏ ਹੋ, ਚਾਹੇ ਉਹ ਕਿਸੇ ਜ਼ਰੂਰਤਮੰਦ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਣ, ਸੋ ਇਹ ਬਹੁਤ ਵੱਡੀ ਗੱਲ ਹੈ। ਔਰ ਜੇ ਮੈਂ ਤੁਹਾਨੂੰ ਇਹ ਪੁੱਛਾਂ ਵੀ ਤੁਹਾਡਾ ਸੁਪਨਾ ਕੀ ਹੈ, ਜਿਹੜੇ ਸੁਪਨੇ ਤੁਹਾਡੇ ਗੁਰੂ ਜੀ ਨੇ ਦੇਖੇ ਹੈ, ਉਹ ਵੀ ਸੁਪਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕੀਤੇ ਹੋਣਗੇ, ਤੁਹਾਡਾ ਸੁਪਨਾ ਕੀ ਹੈ ਜਾਗਦੀਆਂ ਅੱਖਾਂ ਦੇ ਵਿੱਚ? ਮੈਂ ਅਗਰ ਕਵਾਂ ਕਿ ਮਤਲਬ ਕੋਈ ਜਿਹੜਾ ਮੇਰੇ ਅੱਖਾਂ ਦੇ ਵਿੱਚ ਸੁਪਨਾ, ਉਹ ਕੋਈ ਸੰਸਾਰਕਤਾ ਨੂੰ ਲੈ ਕੇ ਨਹੀਂ ਹੈ, ਠੀਕ ਹੈ ਨਾ, ਕਿ ਮੈਨੂੰ ਆ ਮਿਲ ਜਾਵੇ ਤੇ ਸ਼ਾਇਦ ਮੈਂ ਖੁਸ਼ ਹੋ ਜਾਵਾਂ, ਸ਼ਾਇਦ ਮੈਂ ਸੰਤੁਸ਼ਟ ਹੋ ਜਾਵਾਂ। ਮੇਰਾ ਸੁਪਨਾ ਜਾਂ ਮੇਰਾ ਡ੍ਰੀਮ ਇਹ ਆ ਕਿ ਮਤਲਬ ਕੋਈ ਵੀ ਇਸ ਸੰਸਾਰ ਤੇ ਪਰੇਸ਼ਾਨ ਨਾ ਹੋਵੇ, ਦੁਖੀ ਨਾ ਹੋਵੇ, ਕੋਈ ਵੀ ਖਾਣੇ ਤੋਂ ਭੁੱਖਾ ਨਾ ਹੋਵੇ, ਵਾਂਝਾ ਨਾ ਹੋਵੇ, ਕਿ ਸਾਡੇ ਪੇਟ ਭਰ ਕੇ ਖਾਦਿਆਂ ਦਾ ਫਾਇਦਾ ਕੀ ਹੈ ਜੇ ਅਗਰ ਸਾਡਾ ਪੜੋਸੀ ਭੁੱਖਾ ਬੈਠਾ, ਸਾਡੇ ਮਹੱਲੇ ਦੇ ਵਿੱਚ ਕੋਈ ਪਰੇਸ਼ਾਨ ਬੈਠਾ, ਸਾਡੇ ਸ਼ਹਿਰ ਦੇ ਵਿੱਚ ਕੋਈ ਪਰੇਸ਼ਾਨ ਬੈਠਾ, ਤੇ ਸਾਡੇ ਘਰ ਦੇ ਵਿੱਚ ਉਹ ਟੈਂਕੀਆਂ ਭਰੀਆਂ ਦਾ ਫਾਇਦਾ ਕੀ ਹੈ? ਜੀ ਬਿਲਕੁਲ ਸਹੀ। ਤੇ ਉਹ ਸੁਪਨਾ ਕੋਈ ਸੰਸਾਰਕਤਾ ਨੂੰ ਲੈ ਕੇ ਨਹੀਂ ਹੈ, ਕੋਈ ਦੁਨਿਆਵੀ ਸੁਪਨਾ ਨਹੀਂ ਹੈ। ਉਹ ਸੁਪਨਾ ਇਹ ਹੈ ਕਿ ਹਰ ਇੱਕ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੇ, ਸੰਤੁਸ਼ਟ ਹੋਵੇ, ਮਾਲਕ ਹਰ ਇੱਕ ਨੂੰ ਖੁਸ਼ੀਆਂ ਤੇ ਖੇੜੇ ਤੇ ਤੰਦਰੁਸਤੀਆਂ ਬਖਸ਼ੇ, ਹੋਰ ਕੋਈ ਸੁਪਨਾ ਨਹੀਂ ਹੈ। ਕੀ ਬਾਤ ਹੈ, ਮਤਲਬ ਕਿ ਸਰਬੱਤ ਦੇ ਭਲੇ ਦਾ, ਬਿਲਕੁਲ ਜੀ, ਬਿਲਕੁਲ। ਵਾਹ। ਅੱਛਾ ਦੀਦੀ, ਤੁਹਾਡੀ ਕਹੀ ਹੋਈ ਗੱਲ ਨੂੰ ਤੁਹਾਡੀ ਸੰਗਤ, ਤੁਹਾਡੇ ਸੇਵਾਦਾਰ ਬਹੁਤ ਫੋਲੋ ਕਰਦੇ ਆ, ਔਰ
ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਵੀ ਜਦੋਂ ਤੁਹਾਡੇ ਮੂੰਹੋਂ ਬਹੁਤ ਵਧੀਆ ਲਫ਼ਜ਼ ਨਿਕਲਣ, ਵਧੀਆ ਚੰਗੀਆਂ ਗੱਲਾਂ ਨਿਕਲਣ, ਤੇ ਉਹਦੇ ਉੱਪਰ ਤੁਹਾਡੀ ਸੰਗਤ ਚੱਲਦੀ ਵੀ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਦਾ ਮਾਹੌਲ ਚੱਲਦਾ ਪਿਆ, ਲਾਕਡਾਊਨ ਹੈ, ਸਾਰੇ ਸਟਕ ਹੋਏ ਪਏ ਆ, ਕਰੋਨਾ ਵਾਇਰਸ ਦੇ ਨਾਲ ਜੰਗ ਚੱਲਦੀ ਪਈ ਹੈ, ਸੋ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦਿਓਗੇ ਆਪਣੀ ਸੰਗਤ ਨੂੰ ਔਰ ਪੰਜਾਬੀਆਂ ਨੂੰ ਜਗਤ ਪੰਜਾਬੀ ਟੀਵੀ ਦੇ ਜ਼ਰੀਏ? ਮੈਂ ਇਸ ਲੋਕਡਾਊਨ ਦੇ ਦੌਰਾਨ ਸਾਰੀ ਸੰਗਤ ਨੂੰ, ਆਪਣੇ ਨਕੋਦਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਪੂਰੇ ਭਾਰਤੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਅਗਰ ਸਰਕਾਰ ਨੇ ਲੋਕਡਾਊਨ ਕੀਤਾ ਤੇ ਉਹ ਸਾਡੀ ਹੀ ਸੁਰੱਖਿਆ ਦੇ ਵਾਸਤੇ, ਸਾਡੀ ਹੀ ਸੇਫਟੀ ਦੇ ਵਾਸਤੇ ਹੈ, ਤੇ ਸਾਰੇ ਉਸ ਲੋਕਡਾਊਨ ਦਾ ਪਾਲਣ ਕਰਨ। ਕੋਈ ਵੀ ਉਸ ਲੋਕਡਾਊਨ ਦੀ ਉਲੰਘਣਾ ਨਾ ਕਰੇ, ਕਿਉਂਕਿ ਉਹਦੇ ਵਿੱਚ ਸਾਡੀ ਹੀ ਸੇਫਟੀ ਹੈ, ਸਾਡੀ ਹੀ ਸੁਰੱਖਿਆ ਆ। ਅਗਰ ਕਿਸੇ ਨੂੰ ਕੋਈ ਜ਼ਰੂਰਤ ਹੈ ਤੇ ਉਹ ਉਹਨਾਂ ਦੀ ਘਰ ਅਗਰ ਪੂਰੀ ਹੋ ਰਹੀ ਹੈ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ, ਕੋਈ ਵੀ ਬਾਹਰ ਨਾ ਜਾਵੇ। ਜਿੰਨੀ ਦੇਰ ਇਹ ਲੋਕਡਾਊਨ ਚੱਲ ਰਿਹਾ, ਜਿੰਨੀ ਦੇਰ ਅਸੀਂ ਇਸ ਮਹਾਮਾਰੀ ਨੂੰ ਮਾਤ ਨਹੀਂ ਦੇ ਦਿੰਦੇ, ਅਸੀਂ ਇਸ ਦੁੱਖ ਦੀ ਘੜੀ ਚੋਂ ਉੱਭਰ ਕੇ ਆ ਨਹੀਂ ਜਾਂਦੇ, ਤੇ ਪਲੀਜ਼ ਲੋਕਡਾਊਨ ਦਾ ਪਾਲਣ ਕਰੋ। ਕੋਈ ਵੀ ਆਪਣੇ ਘਰਾਂ ਤੋਂ ਬਾਹਰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਨਾ ਜਾਵੇ। ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਉਸ ਲੋਕਡਾਊਨ ਦਾ ਪਾਲਣ ਕਰੀਏ। ਦੀਦੀ ਬਹੁਤ ਵਧੀਆ। ਔਰ ਹਮੇਸ਼ਾ ਮੈਂ ਸੁਣਿਆ ਸੀ ਵੀ ਸਮਾਂ ਰੁਕ ਗਿਆ, ਸਮਾਂ ਠਹਿਰ ਗਿਆ, ਅੱਜ ਮੈਂ ਉਹ ਲਾਈਵ ਦੇਖ ਵੀ ਲਿਆ। ਸੋ ਗੱਲਾਂ ਕਰਦੇ ਕਰਦੇ ਸਮਾਂ ਰੁਕ ਗਿਆ ਤੁਹਾਡੇ ਨਾਲ ਔਰ ਦਿਲ ਨਹੀਂ ਕਰਦਾ ਵੀ ਮੈਂ ਇਜਾਜ਼ਤ ਲਵਾਂ। ਗੱਲਾਂ ਬਹੁਤ ਸਾਰੀਆਂ ਅੱਜ ਦਿਲ ਦੇ ਵਿੱਚ ਨੇ, ਅਗਲੀ ਮੁਲਾਕਾਤ ਵਿੱਚ ਆਪਾਂ ਉਹ ਸਾਰੀਆਂ ਗੱਲਾਂ ਕਰਾਂਗੇ ਜ਼ਰੂਰ ਜੀ ਜ਼ਰੂਰ। ਸੋ ਜਗਤ ਪੰਜਾਬੀ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਟੂਡੀਓ ਵਿੱਚ ਚੱਲਣ ਪਾਏ, ਔਰ ਰੂਹਾਨੀ ਸ਼ਖਸੀਅਤ ਜਦੋਂ ਕੋਲ ਬੈਠੀ ਹੋਵੇ ਉਦੋਂ ਅਲਫਾਜ਼ ਘੱਟ ਪੈ ਜਾਂਦੇ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਜਗਤ ਪੰਜਾਬੀ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਤੁਸੀਂ ਦੇਖਦੇ ਰਹੋ ਜੀ ਜਗਤ ਪੰਜਾਬੀ ਟੀਵੀ, ਔਰ ਨਿੱਗੀ ਮੁਲਾਕਾਤ ਸ਼ੋਅ ਇਸੇ ਤਰ੍ਹਾਂ ਚੱਲਦਾ ਰਹੇਗਾ, ਔਰ ਵੱਖਰੀਆਂ ਸ਼ਖਸੀਅਤਾਂ ਇਸ ਸ਼ੋਅ ਦੇ ਵਿੱਚ ਸ਼ਾਮਿਲ ਹੁੰਦੀਆਂ ਰਹਿਣਗੀਆਂ। ਸੋ ਅਗਲੀ ਕਿਸੇ ਸ਼ਖਸੀਅਤ ਦੇ ਨਾਲ ਕਰਾਂਗੇ ਆਪਾਂ ਨਿੱਗੀ ਮੁਲਾਕਾਤ। ਦੇਖਦੇ ਰਹੋ ਜਗਤ ਪੰਜਾਬੀ ਟੀਵੀ। ਸਤਿ ਸ਼੍ਰੀ ਅਕਾਲ।